ਜਪੁਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਚੁੱਕ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਨਿਤੋਜ ਭੇਜੈ, ਓਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸਬਦੀ ਸਾਧ ਆਇਆ। ਸੱਚੀ ਬਾਣੀ ਸਹਿਜ ਸਮਾਣੀ, ਹਰਿ ਜੀਉ ਮਨ ਵਸਾਇਆ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸਬਦੀ ਸਾਧ ਆਇਆ। ਸੱਚੀ ਬਾਣੀ ਸਹਿਜ ਸਮਾਣੀ, ਹਰਿ ਜੀਉ ਮਨ ਵਸਾਇਆ। ਹਰਿ ਹਰਿ ਕਿਰਪਾ ਹਰਿ ਕਰ ਕਿਰਪਾ, ਸਤਿਗੁਰੂ ਮਿਲਾਇਆ। ਪੂਰੈ ਸਤਿਗੁਰ ਹਰਿ ਨਾਮ ਧਿਆਇਆ। ਰਹਾਉ ਬ੍ਰਹਮੈ ਵੇਦ ਬਾਣੀ ਪਰਗਾਸੀ, ਮਾਇਆ ਮੋਹ ਪਸਾਰਾ। ਮਹਾਦੇਵ ਗਿਆਨੀ ਵਰਤੈ ਕਰ ਆਪਣੈ, ਤਾਮਸ ਬਹੁਤ ਅਹੰਕਾਰਾ। ਕਿਸਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ। ਗੁਰਮੁਖ ਗਿਆਨ ਰਤੇ ਜੁਗ ਅੰਤਰ, ਚੂਕੈ ਮੋਹ ਗੁਬਾਰਾ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ। ਸੱਚੈ ਨਾਇ ਰਤੇ ਬੈਰਾਗੀ, ਪਾਇਨ ਮੋਖ ਦੁਆਰਾ। ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਿਪਾਲਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਇਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਕਥਾ ਵਿਚਾਰ, ਜੋ ਵਡਹੰਸ ਰਾਗ ਵਿੱਚ ਤੀਸਰੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ, ਇਸ ਬਾਣੀ ਦੀ ਕਥਾ ਦਾ ਆਨੰਦ ਮਾਣੀਏ। ਮਹਾਰਾਜ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਸ ਸ਼ਬਦ ਵਿੱਚ ਗੁਰੂ ਦੀ ਮਹਿਮਾ ਦਰਸਾਉਂਦੇ ਹਨ। ਹਰਿ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰਾ ਸਤਿਗੁਰ ਹਰ ਨਾਮ ਧਿਆਇਆ। ਸਾਡੇ 'ਤੇ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਮਿਲ ਗਿਆ। ਗੁਰੂ ਨੇ ਆਪ ਨਾਮ ਜਪਿਆ ਹੈ ਅਤੇ ਆਪ ਸਾਨੂੰ ਜਪਾਇਆ ਹੈ। ਸੋ ਐਸੇ ਸਤਿਗੁਰੂ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਦਾਤਾਂ ਸੰਸਾਰ ਨੂੰ ਦਿੱਤੀਆਂ ਹਨ, ਪਿਛਲੇ ਸਮਿਆਂ ਵਿੱਚ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ। ਅਨੇਕਾਂ ਪ੍ਰਕਾਰ ਦੇ ਜਤ ਸਤ ਰੱਖਣੇ, ਤੀਰਥਾਂ ਦੀ ਯਾਤਰਾ ਕਰਨੀ,
ਪੁੱਠੇ ਲਟਕ ਲਟਕ ਕੇ ਤਪੱਸਿਆ ਕਰਨੀ, ਧੂਣੀਆਂ ਸੇਕਣੀਆਂ, ਤੀਰਥਾਂ ਦੀ ਯਾਤਰਾ 'ਤੇ ਜਾਣਾ, ਆਪਣੇ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਕਸ਼ਟ ਦੇਣੇ, ਉਹਨਾਂ ਯੁੱਗਾਂ ਦਾ ਧਰਮ ਸੀ। ਕਲਯੁਗ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਨੇ ਕੇਵਲ ਨਾਮ ਹੀ ਦ੍ਰਿੜ ਕਰਾਇਆ ਹੈ। ਕਲ ਕੇਵਲ ਨਾਮ ਆਧਾਰ। ਆਓ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕੀਏ, ਗੁਰਦੇਵ ਜੀ ਨੂੰ ਬੇਨਤੀ ਕਰੀਏ, ਸਤਿਗੁਰੂ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪਣੀ ਬਾਣੀ ਦਾ ਬੋਧ ਸਾਨੂੰ ਮੂਰਖ ਲੋਕਾਂ ਨੂੰ ਬਖਸ਼ੋ, ਕਿਉਂਕਿ ਸਾਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ। ਅਸੀਂ ਆਪ ਜੀ ਦੀ ਬਾਣੀ ਪੜ੍ਹ ਵੀ ਨਹੀਂ ਸਕਦੇ, ਆਪ ਜੀ ਦੀ ਬਾਣੀ ਸਮਝ ਵੀ ਨਹੀਂ ਸਕਦੇ। ਆਪ ਜੀ ਦੀ ਬਾਣੀ ਅਗਾਧ ਬੋਧ ਹੈ, ਸਾਡੀ ਮੱਤ ਥੋੜ੍ਹੀ ਹੈ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਆਪਣੀ ਬਾਣੀ ਦਾ ਬੋਧ ਬਖਸ਼ੋ। ਸੋ ਇਹ ਅਰਦਾਸ ਕਰਕੇ ਆਪਾਂ ਸ਼ਬਦ ਦੀ ਆਰੰਭਤਾ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸਬਦੀ ਸਾਧ ਆਇਆ। ਅੰਮ੍ਰਿਤ ਨਾਮ ਸਦ ਮੀਠਾ ਲਾਗਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਬਾਕੀ ਇਸ ਸੰਸਾਰ ਵਿੱਚ ਜੋ ਕੁਛ ਵੀ ਹੈ ਉਹ ਮਿਰਤੂ ਵਾਲਾ ਹੈ। ਮਿਰਤੂ ਅਤੇ ਅੰਮ੍ਰਿਤ ਦਾ ਹੀ ਆਪਸ ਵਿੱਚ ਆਪੋਜਿਟ ਵਿਚਾਰ ਹੈ। ਮਿਰਤੂ ਨਾਮ ਮੌਤ ਦਾ ਹੈ। ਇਸ ਸੰਸਾਰ ਵਿੱਚ ਜਿਤਨੇ ਵੀ ਆਪਾਂ 84 ਲੱਖ ਜੂਨਾਂ 'ਚ ਜੀਵ ਦਿਸਦੇ ਹਾਂ, ਤੁਰਦੇ ਫਿਰਦੇ, ਖਾਂਦੇ ਪੀਂਦੇ, ਹੱਸਦੇ ਨੱਚਦੇ, ਗਾਉਂਦੇ ਟੱਪਦੇ, ਜੋ ਕੁਛ ਵੀ ਇਸ ਸੰਸਾਰ ਵਿੱਚ ਜੀਵ ਸੱਤਾ ਹੈ, ਦੇਹ ਸੱਤਾ ਹੈ, ਉਹ ਨਹੀਂ ਰਹਿਣੀ। ਇਸ ਗੱਲ ਦਾ ਅਨੁਭਵ ਮੂਰਖ ਤੋਂ ਮੂਰਖ ਨੂੰ ਵੀ ਹੈ, ਅਗਿਆਨੀ ਨੂੰ ਵੀ ਹੈ ਕਿ ਅਸੀਂ ਮਰ ਜਾਣਾ ਹੈ। ਮਰਨ ਤੋਂ ਬਚਣ ਵਾਸਤੇ ਬਹੁਤ ਸਾਰੇ ਯਤਨ ਇਨਸਾਨ ਨੇ ਕੀਤੇ ਹਨ, ਪਰ ਮੌਤ ਤੋਂ ਨਹੀਂ ਬਚ ਸਕਿਆ। ਜੇਕਰ ਸਰੀਰ 'ਚ ਕੋਈ ਫਾਲਟ ਪੈ ਜਾਵੇ, ਡਾਕਟਰ ਇਲਾਜ ਕਰਕੇ ਠੀਕ ਕਰ ਦਿੰਦੇ ਹਨ। ਕੋਈ ਸਰੀਰ ਦਾ ਅੰਗ ਨਕਾਰਾ ਹੋ ਜਾਵੇ, ਉਹਦੀ ਥਾਂ 'ਤੇ ਦੂਸਰਾ ਅੰਗ ਵੀ ਅੱਜ ਕੱਲ੍ਹ ਪਾਉਣ ਲੱਗ ਪਏ ਨੇ। ਜਿਵੇਂ ਕਿਡਨੀਆਂ ਪੈ ਜਾਂਦੀਆਂ ਨੇ, ਕਈਆਂ ਦੇ ਗੋਡੇ ਪੈ ਜਾਂਦੇ ਨੇ, ਕਈਆਂ ਦੇ ਹੋਰ ਸਰੀਰ ਦੇ ਪਾਰਟਸ ਜਿਹੜੇ ਨੇ ਉਹ ਬਦਲ ਕੇ ਬੰਦੇ ਨੂੰ ਹੋਰ ਲੰਮਾ ਸਮਾਂ ਇਸ ਦੁਨੀਆ 'ਚ ਰੱਖਿਆ ਜਾਂਦਾ ਹੈ। ਪਰ ਇੱਕ ਚੀਜ਼ ਕੋਈ ਡਾਕਟਰ ਨਹੀਂ ਪਾ ਸਕਦਾ, ਉਹ ਆਤਮਾ ਹੈ। ਆਤਮ ਸੱਤਾ, ਚੇਤਨ ਸੱਤਾ ਜਦੋਂ ਵਾਹਿਗੁਰੂ ਸੱਦ ਲੈਂਦਾ ਤਾਂ ਉਸ ਨੂੰ ਕੋਈ ਦੁਨੀਆ ਦੀ ਤਾਕਤ ਦੁਬਾਰਾ ਸਰੀਰ ਵਿੱਚ ਪਾ ਨਹੀਂ ਸਕਦੀ। ਭਾਵ ਦੁਬਾਰਾ ਬੰਦਾ ਸੰਸਾਰੀ ਪੱਧਰ 'ਤੇ ਜਿੱਥੋਂ ਤੱਕ, ਹਾਂ ਗੁਰੂਆਂ ਪੀਰਾਂ ਅਵਤਾਰਾਂ ਦੀ ਗੱਲ ਵੱਖਰੀ ਹੈ, ਉਹ ਹੈ ਹੀ ਆਤਮ ਮੰਡਲ ਦੇ ਮਾਲਕ ਹੁੰਦੇ ਹਨ। ਆਤਮਿਕ ਧਨ ਦਾ ਖਜ਼ਾਨਾ, ਆਤਮਿਕ ਹੀਰੇ ਮੋਤੀ ਰਤਨ ਜਵਾਹਰਾਤ ਉਹਨਾਂ ਦੇ ਕੋਲ ਹੁੰਦੇ ਹਨ। ਉਹ ਭਾਵੇਂ ਮਾਰ ਦੇਣ, ਭਾਵੇਂ ਜਿਵਾ ਦੇਣ, ਉਸ ਗੱਲ ਨੂੰ ਆਪਾਂ ਵਿੱਚ ਨਹੀਂ ਲੈ ਕੇ ਆਉਣਾ। ਪਰ ਜਿੱਥੋਂ ਤੱਕ ਡਾਕਟਰੀ ਵਿੱਦਿਆ ਹੈ, ਉੱਥੇ ਤੱਕ ਆਪਾਂ ਦੇਖਦੇ ਹਾਂ ਬਈ ਜਿਹੜਾ ਬੰਦਾ ਸਰੀਰ 'ਚ ਕੋਈ ਨੁਕਸ ਪੈ ਜਾਂਦਾ ਹੈ, ਕੋਈ ਅੰਗ ਵੱਧ ਘੱਟ ਜਾਂਦਾ ਹੈ, ਉਹਦਾ ਅੰਗ ਤਾਂ ਬਦਲ ਦਿੰਦੇ ਹਨ, ਪਰ ਕਿਸੇ ਸਰੀਰ 'ਚੋਂ ਆਤਮਾ ਕੱਢ ਕੇ ਦੁਬਾਰਾ ਪਾ ਦੇਣੀ, ਇੰਨੀ ਕਿਸੇ 'ਚ ਸਮਰੱਥਾ ਨਹੀਂ ਹੈ। ਇਸ ਕਰਕੇ ਮੌਤ ਦਾ ਡਰ ਸਾਰਿਆਂ ਵਾਸਤੇ ਬਣਿਆ ਹੋਇਆ ਹੈ, ਕਿਉਂਕਿ ਅਜੇ ਤੱਕ ਸਾਨੂੰ ਅਸਲੀ ਜੀਵਨ ਦਾ ਪਤਾ ਨਹੀਂ ਲੱਗਾ। ਉਸ ਸਦਾ ਜੀਵਨ ਵਾਲੇ ਜਗਜੀਵਨ ਪਰਮੇਸ਼ਰ ਨੂੰ, ਜੋ ਸਾਰੀ ਦੁਨੀਆ ਦਾ ਜੀਵਨ ਆਧਾਰ ਹੈ, ਉਸ ਦਾ ਅਨੁਭਵ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਸੰਸਾਰੀ ਲੋਕਾਂ ਨੂੰ, ਸਾਨੂੰ ਜੀਵਾਂ ਨੂੰ ਇਸ ਗੱਲ ਦਾ ਅਨੁਭਵ ਨਹੀਂ ਹੋਇਆ, ਜਿਸ ਕਰਕੇ ਅਸੀਂ ਆਪਣੇ ਆਪ ਨੂੰ ਮਰਨ ਵਾਲਾ ਮਹਿਸੂਸ ਕਰਦੇ ਹਾਂ। ਇਸ ਮਿਰਤੂ ਤੋਂ ਬਚਣ ਵਾਸਤੇ ਅਸੀਂ ਅਨੇਕਾਂ ਪ੍ਰਕਾਰ ਦੇ ਯਤਨ ਲੱਖਾਂ ਸਾਲਾਂ ਤੋਂ ਲੱਭਦੇ ਆ ਰਹੇ ਹਾਂ।
ਪਰ ਜਿਹੜਾ ਮਹਾਂਪੁਰਸ਼ਾਂ ਨੇ, ਅਨੁਭਵੀ ਪੁਰਸ਼ਾਂ ਨੇ ਜੀਵਨ ਤੱਤ ਨੂੰ ਖੋਜਿਆ ਅਤੇ ਉਸ ਜੀਵਨ ਤੱਤ ਨੂੰ ਸਦਾ ਸਦਾ ਸੰਭਾਲਣ ਵਾਸਤੇ ਨਾਮ ਦੀਆਂ ਦਾਤਾਂ ਦਿੱਤੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਬਖਸ਼ਿਸ਼ ਜਿਹੜੀ ਸਾਨੂੰ ਨਾਮ ਦੀ ਦਿੱਤੀ ਹੈ, ਸਤਿਗੁਰੂ ਕਹਿੰਦੇ ਹਨ ਕਿ ਉਹ ਹੁਣ ਸਾਨੂੰ ਮਿੱਠੀ ਲੱਗਣ ਲੱਗ ਪਈ ਹੈ। ਅੰਮ੍ਰਿਤ ਨਾਮ ਸਦ ਮਿੱਠਾ ਲੱਗਾ। ਵਾਹਿਗੁਰੂ 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 ਵਾਹਿਗੁਰੂ। ਇਹ ਸਦਾ ਹੀ ਵਾਹਿਗੁਰੂ ਦਾ ਨਾਮ ਮਿੱਠਾ ਹੈ। ਬਾਕੀ ਸੰਸਾਰ ਦੇ ਜਿੰਨੇ ਵੀ ਰਸ ਹਨ ਉਹ ਆਪਾਂ ਮਿੱਠੇ ਵੇਖੇ ਹਨ। ਜਿਵੇਂ ਕਿ ਮਹਾਰਾਜ ਫਰੀਦ ਜੀ ਦਾ ਬਚਨ ਹੈ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਨਿਵਾਤ ਮਿਸ਼ਰੀ ਨੂੰ ਕਹਿੰਦੇ ਹਨ, ਗੁੜ ਅਤੇ ਮਾਖਿਓਂ ਸ਼ਹਿਦ ਹਨੀ ਅਤੇ ਮਾਝਾ ਦੁੱਧ, ਮੱਝ ਦਾ ਦੁੱਧ, ਇਹ ਨੇਚਰਲੀ ਮਿੱਠੀਆਂ ਚੀਜ਼ਾਂ ਹਨ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓਂ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਇਹ ਸਾਰੀਆਂ ਚੀਜ਼ਾਂ ਕੁਦਰਤੀ ਮਿੱਠੀਆਂ ਹਨ, ਰੱਬ ਨਾ ਪੁੱਜਣ ਤੁਧ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਆਪ ਜੀ ਦਾ ਨਾਮ ਮਿੱਠਾ ਹੈ, ਓਨੀ ਦੁਨੀਆ ਦੀ ਕੋਈ ਚੀਜ਼ ਮਿੱਠੀ ਨਹੀਂ ਹੈ। ਸਾਧ ਸੰਗਤ ਜੀ, ਇਹ ਬਚਨ ਦਾ ਅਨੁਭਵ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਹੀ ਹੈ। ਕਿਉਂਕਿ ਜੇ ਸਾਨੂੰ ਨਾਮ ਮਿੱਠਾ ਲੱਗਦਾ ਹੁੰਦਾ, ਅਸੀਂ ਕਦੀ ਵੀ ਨਾਮ ਨੂੰ ਭੁੱਲਦੇ ਨਾ। ਪਰ ਸਾਨੂੰ ਤਾਂ ਨਾਮ ਸਾਰਾ ਦਿਨ ਚੇਤੇ ਹੀ ਨਹੀਂ ਆਉਂਦਾ, ਇਸ ਕਰਕੇ ਸਾਡਾ ਅਨੁਭਵ ਨਹੀਂ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਇਹ ਨਾਮ ਮਿੱਠਾ ਸਾਨੂੰ ਲੱਗਣ ਲੱਗ ਜਾਵੇ। ਅੰਮ੍ਰਿਤ ਨਾਮ ਸਦ ਮਿੱਠਾ ਲਾਗਾ, ਗੁਰ ਸ਼ਬਦੀ ਸਾਧ ਆਇਆ। ਇਹ ਸਵਾਦ, ਸਾਧ ਦਾ ਅਰਥ ਹੁੰਦਾ ਸਵਾਦ। ਕਈ ਵਾਰੀ ਇਹਨੂੰ ਅਣਜਾਣ ਪਾਠੀ ਸਾਧ ਪੜ੍ਹ ਜਾਂਦੇ ਹਨ। ਸਾਧ ਧੱਦੇ ਨਾਲ ਹੁੰਦਾ, ਜਿਹਦਾ ਅਰਥ ਸਾਧੂ, ਸਾਧਨਾ ਕਰਨ ਵਾਲਾ ਹੁੰਦਾ ਹੈ। ਪਰ ਦੱਦੇ ਨਾਲ ਜਿੱਥੇ ਸਾਧ ਸ਼ਬਦ ਆਉਂਦਾ ਹੈ, ਸੱਸੇ ਨੂੰ ਕੰਨਾ, ਦੱਦੇ ਨੂੰ ਔਂਕੜ, ਉੱਥੇ ਅਰਥ ਹੁੰਦਾ ਹੈ ਸਾਧ, ਯਾਨੀ ਜੀਭ ਦਾ ਸਵਾਦ, ਅਨੁਭਵ ਦਾ ਸਵਾਦ, ਜਿੱਦਾਂ ਦਾ ਵੀ ਕਿਸੇ ਨੇ ਸਵਾਦ ਰਸ ਅਨੁਭਵ ਕੀਤਾ। ਇੱਥੇ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਮ ਰਸ ਦਾ ਜੋ ਪ੍ਰਾਪਤੀ ਹੈ, ਨਾਮ ਰਸ ਦਾ ਜੋ ਸਵਾਦ ਹੈ, ਉਹ ਗੁਰ ਸ਼ਬਦੀ ਆਉਂਦਾ ਹੈ। ਗੁਰ ਸ਼ਬਦੀ ਸਾਧ ਆਇਆ। ਵਾਹਿਗੁਰੂ 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 ਗੁਰੂ ਸ਼ਬਦ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵਾਹਿਗੁਰੂ ਗੁਰ ਸ਼ਬਦ ਜੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਲੈ ਕੇ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਪਿਤਾ ਜੀ ਲਿਖਦੇ ਹਨ, ਕਲਪ ਕਲਪ ਪ੍ਰਤਿਅਕਸ਼ਰ ਸਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਕਲਪ ਕਲਪ ਪ੍ਰਤਿਅਕਸ਼ਰ ਕਈ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਸਾ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਮਹਾਤਮ ਜੋ ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਪ੍ਰਗਟ ਕੀਤਾ ਹੈ, ਗੁਰਮੰਤਰ ਦੀ ਮਹਿਮਾ ਦੱਸੀ ਹੈ, ਖਾਲਸੇ ਦੀ ਮਹਿਮਾ ਦੱਸੀ ਹੈ। ਉੱਥੇ ਸਾਹਿਬ ਜੀ ਲਿਖਦੇ ਹਨ, ਕਲਪ ਕਲਪ ਇੱਕ ਇੱਕ ਅੱਖਰ ਦਾ ਜਾਪ ਗੁਰੂ ਨਾਨਕ ਸਾਹਿਬ ਜੀ ਕਰਦੇ ਰਹੇ। 4 ਯੁੱਗਾਂ ਦਾ ਇੱਕ ਕਲਪ ਹੁੰਦਾ ਹੈ, ਜਿਸ ਨੂੰ ਛੋਟਾ ਕਲਪ ਕਹਿੰਦੇ ਹਨ। ਮਹਾਂਕਲਪ 100 ਯੁੱਗਾਂ ਦਾ, 1000 ਯੁੱਗਾਂ ਦਾ ਹੁੰਦਾ ਹੈ। ਸੋ ਕਲਪ 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 ਦੇ ਵਿੱਚ ਮਹਾਰਾਜ ਇੱਕ ਇੱਕ ਅੱਖਰ ਦਾ ਪਹਿਲਾਂ ਜਾਪ ਕੀਤਾ। 4 ਅੱਖਰ ਸੋਧ ਕਰ ਵਾਹਿਗੁਰੂ ਗੁਰੂ ਮੰਤਰ ਸੁਣਾਇਆ। 4 ਅੱਖਰ ਵਾਵਾ ਹਾਹਾ ਗੱਗਾ ਰਾਰਾ। ਇਹ ਜਿਹੜੀ ਸਾਧਨਾ ਮਹਾਰਾਜ ਨੇ ਆਪ ਕੀਤੀ। ਫਿਰ ਇਹ ਵਾਹਿਗੁਰੂ ਮੰਤਰ ਕਲਯੁਗ 'ਚ ਅਵਤਾਰ ਧਾਰ ਕੇ ਆਪਣੇ ਖਾਲਸੇ ਨੂੰ ਦਿੱਤਾ। ਸੋ ਇਹ ਮੰਤਰ ਦੀ ਸ਼ਕਤੀ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਭਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਜਿਹੜਾ ਇਸ ਦਾ ਆਸਰਾ ਲੈਂਦਾ ਹੈ, ਉਸ ਨੂੰ ਇਹ ਮੁਕਤ ਪਦਾਰਥ ਦਾ ਅਧਿਕਾਰੀ ਬਣਾ ਦਿੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇਹਦਾ ਸਵਾਦ ਗੁਰੂ ਦੇ ਸ਼ਬਦ ਰਾਹੀਂ ਆਉਂਦਾ ਹੈ। ਨਾਮ ਦਾ ਨਾਮ ਜਪਣਾ ਇੱਕ ਗੱਲ ਹੈ, ਨਾਮ ਦਾ
ਹੁਣ ਅੱगे ਇਹ ਵੀ ਜਪਣਾ ਕਿਵੇਂ ਹੈ? ਕਹਿੰਦੇ ਗੁਰੂ ਸ਼ਬਦ ਨਾਲ। ਜੇ ਉੱਦਾਂ ਹੀ ਕਹਿ ਦਈਏ ਨਾਮ ਜਪ, ਉਹ ਪੁੱਛੇਗਾ ਅਗਲਾ ਵੀ ਕੀ ਜਪਾਂ? ਰਾਮ ਰਾਮ, ਹਰੀ ਹਰੀ, ਓਮ, ਅੱਲਾ, ਖੁਦਾ, ਗਾਡ, ਸਤਨਾਮ, ਵਾਹਿਗੁਰੂ, ਕੁਛ ਤਾਂ ਕਹਿਣਾ ਹੀ ਪਏਗਾ। ਅੱਖਰਾਂ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ। ਇਸ ਕਰਕੇ ਸਾਹਿਬ ਜੀ ਨੇ ਕਲਯੁਗੀ ਜੀਵਾਂ ਨੂੰ ਵੈਖਰੀ ਬਾਣੀ ਦੁਆਰਾ ਜਪਣ ਲਈ ਵਾਹਿਗੁਰੂ ਮੰਤਰ ਦਿੱਤਾ ਹੈ। ਜਪਦਿਆਂ ਜਪਦਿਆਂ ਇਹ ਮੱਧਮਾ ਬਾਣੀ ਵਿੱਚ, ਬਸੰਤੀ ਬਾਣੀ ਵਿੱਚ ਅਤੇ ਪਰਾ ਬਾਣੀ ਵਿੱਚ ਪਹੁੰਚ ਜਾਂਦਾ ਹੈ। ਉੱਥੇ ਫਿਰ ਜਾ ਕੇ ਇਹਦਾ ਰਸ ਪ੍ਰਾਪਤ ਹੁੰਦਾ ਹੈ। ਜਿਹੜੀ ਸਾਧ ਸੰਗਤ ਜੀ ਸਾਡੇ ਅੰਦਰ ਗੰਢ ਬੱਝੀ ਹੋਈ ਹੈ, ਜੀਵ ਈਸ਼ ਦੀ ਭੇਦ ਪਿਆ ਹੋਇਆ ਹੈ, ਉਹ ਗੰਢ ਖੁੱਲ੍ਹ ਜਾਂਦੀ ਹੈ ਅਤੇ ਫਿਰ ਅਕਾਲ ਪੁਰਖ ਨਾਲ ਅਭੇਦਤਾ ਹੋ ਜਾਂਦੀ। ਖੈਰ ਇਹ ਗੱਲਾਂ ਇੰਨੀ ਛੇਤੀ ਸਾਡੇ ਅਨੁਭਵ 'ਚ ਆਉਣ ਵਾਲੀਆਂ ਨਹੀਂ ਹਨ। ਸੱਚੇ ਪਾਤਸ਼ਾਹ ਕਹਿੰਦੇ ਗੁਰ ਸ਼ਬਦੀ ਸਾਧ ਆਇਆ। ਗੁਰੂ ਕੇ ਸ਼ਬਦ ਦੁਆਰਾ ਸਵਾਦ ਆਉਂਦਾ, ਰਸ ਆਉਂਦਾ ਹੈ। ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਬਚਨ ਕਰਦੇ, ਉਸ ਵਾਹਿਗੁਰੂ ਦੀ ਧੁਰ ਕੀ ਬਾਣੀ, ਸੱਚੀ ਬਾਣੀ, ਅਕਾਲੀ ਬਾਣੀ, ਜਿਹੜੀ ਜੀਵ ਨੂੰ ਸਹਿਜ ਵਿੱਚ, ਸਹਿਜ ਦੇ ਵੀ ਅਰਥ ਜਿਹੜੇ ਆਮ ਲੋਕ ਕਰਦੇ ਹਨ, ਉਹ ਗੁਰਬਾਣੀ ਵਾਲੇ ਨਹੀਂ ਕਰਦੇ। ਆਪਾਂ ਸਹਿਜ ਦੇ ਅਰਥ ਇਹ ਕਰ ਲੈਂਦੇ ਹਾਂ ਵੀ ਸਹਿਜੇ ਸਹਿਜੇ ਭਾਈ, ਹੌਲੇ ਹੌਲੇ ਚੱਲ, ਜਾਂ ਕੋਈ ਕੰਮ ਕਰ ਹੌਲੇ ਬੋਲਿਆ, ਕਹਿੰਦੇ ਸਹਿਜੇ ਬੋਲਦਾ, ਹੌਲੇ ਤੁਰਦਾ, ਸਹਿਜੇ ਤੁਰਦਾ। ਸਹਿਜ ਰੱਖ ਭਾਈ, ਧੀਰਜ ਰੱਖ, ਹੌਸਲਾ ਰੱਖ। ਇਹ ਵੀ ਗੱਲ ਸਮਾਜ ਵਾਸਤੇ, ਆਮ ਜੀਵਨ ਵਾਸਤੇ ਚੰਗੀ ਹੈ, ਕਿਉਂਕਿ ਕਿਸੇ ਵੀ ਚੀਜ਼ ਨੂੰ ਮਹਾਰਾਜ ਨੇ ਗੁਰਬਾਣੀ 'ਚ ਨਕਾਰਿਆ ਨਹੀਂ। ਹਰ ਚੀਜ਼ ਦੀ, ਹਰ ਗੱਲ ਦੀ ਸਮਾਜ ਵਿੱਚ ਵੀ, ਪਰਮਾਰਥ ਵਿੱਚ ਵੀ, ਵਿਹਾਰ ਵਿੱਚ ਵੀ ਲੋੜ ਪੈਂਦੀ ਹੈ। ਸੂਈ ਬਹੁਤ ਛੋਟੀ ਚੀਜ਼ ਹੁੰਦੀ ਹੈ, ਪਰ ਜਦੋਂ ਲੋੜ ਪੈਂਦੀ ਹੈ ਉਹਦੇ ਕੋਲ ਜਾਣਾ ਪੈਂਦਾ। ਘਰ ਦੇ ਵਿੱਚ ਬਹੁਤ ਸਾਰਾ ਸਮਾਨ ਹੁੰਦਾ ਜਿਹੜਾ ਬਹੁਤ ਸਸਤਾ ਹੁੰਦਾ ਹੈ ਅਤੇ ਨਿਗੁਣਾ ਜਿਹਾ ਜਾਪਦਾ ਹੈ, ਪਰ ਉਹਦੀ ਆਪਣੇ ਸਮੇਂ ਅਨੁਸਾਰ ਵੈਲਿਊ ਪੈਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਦੁਨਿਆਵੀ ਸਹਿਜ ਹੈ, ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਉਹਦੀ ਆਪਣੀ ਵੈਲਿਊ ਹੈ, ਪਰ ਜਿਹੜਾ ਸਹਿਜ ਗੁਰਬਾਣੀ ਵਿੱਚ ਦੱਸਿਆ ਹੈ ਉਹ ਬਹੁਤ ਉੱਚਾ ਹੈ। ਪਾਰਸ ਭਾਗ ਦੇ ਵਿੱਚ ਮਹਾਂਪੁਰਸ਼ ਲਿਖਦੇ ਹਨ, ਸਹਿ ਨਾਮ ਨਾਲ ਦਾ ਹੈ, ਸਹਿ ਯੋਗੀ, ਸਹਿਚਾਰੀ, ਸਹਿ ਕਰਮੀ, ਯਾਨੀ ਜਿਹੜਾ ਨਾਲ ਕੰਮ ਕਰੇ ਉਹਨੂੰ ਸਹਿ ਕਰਮੀ, ਜਿਹੜਾ ਮਦਦ ਕਰੇ ਉਹਨੂੰ ਸਹਿਯੋਗੀ, ਜਿਹੜਾ ਸਹਿਚਾਰ ਕਰੇ ਭਾਵ ਨਾਲ ਵਿਚਰੇ ਤੁਹਾਡੇ, ਉਹ ਸਹਿਚਾਰੀ। ਇਸੇ ਤਰ੍ਹਾਂ ਜੋ ਨਾਮ ਜੰਮੇ ਦਾ ਹੈ, ਜੋ ਜੰਮਿਆ ਹੈ, ਜੋ ਜਨਮ ਲੈਂਦਾ ਹੈ, ਜੋ ਜਨਮ ਨਾਲ ਸੰਬੰਧਿਤ ਹੈ, ਉਹਨੂੰ ਜੋ ਕਹਿੰਦੇ ਹਨ। ਜਿਵੇਂ ਕਮਲਜ, ਕਮਲ ਤੋਂ ਜੰਮਿਆ ਹੋਇਆ ਬ੍ਰਹਮਾ, ਨੀਰਜ, ਪਾਣੀ ਤੋਂ ਜੰਮਿਆ ਹੋਇਆ ਕਮਲ। ਇੱਦਾਂ ਬਹੁਤ ਸਾਰੇ ਸ਼ਬਦ ਹਨ। ਜਿੱਥੇ ਜੋ ਅੱਖਰ ਆ ਜਾਂਦਾ ਹੈ ਉਹ ਜਨਮ ਦਾ ਵਾਚਕ ਹੁੰਦਾ ਹੈ। ਸੋ ਮਹਾਂਪੁਰਸ਼ਾਂ ਨੇ, ਅੱਡਣ ਪਛਾਈ ਸੰਤਾਂ ਨੇ, ਜੋ ਗ੍ਰੰਥ ਪਾਰਸ ਭਾਗ ਭਾਈ ਗਾੜੂ ਜੀ ਮਹਾਂਪੁਰਸ਼ ਹੋਏ, ਬਹੁਤ ਕਰਨੀ ਵਾਲੇ, ਭਾਈ ਕਨ੍ਹੱਈਆ ਸਾਹਿਬ ਜੀ ਦੀ ਸੰਪਰਦਾ ਦੇ ਵਿਦਵਾਨ ਵੀ ਹੋਏ ਹੈ। ਉਹਨਾਂ ਨੇ ਗ੍ਰੰਥ ਵਿੱਚ ਲਿਖਿਆ ਹੈ, ਸਹਿਜ ਜੋ ਜਨਮ ਤੋਂ ਨਾਲ ਹੋਵੇ, ਜੋ ਜਨਮਾਂ ਜਨਮਾਂਤਰਾਂ ਤੋਂ ਨਾਲ ਹੋਵੇ, ਜਿਹੜਾ ਕਦੀ ਵੀ ਤੁਹਾਡੇ ਤੋਂ ਦੂਰ ਨਾ ਹੋਇਆ ਹੋਵੇ, ਕਦੀ ਵੀ। ਜਾਗਰਤ, ਸੁਪਨ, ਸੁਖੋਪਤੀ, ਇਹ ਤਿੰਨ ਪ੍ਰਤੱਖ ਅਵਸਥਾ ਜੀਵ ਦੀਆਂ ਹਨ, ਜਿਹੜੀਆਂ ਰੋਜ਼ ਇਹ ਸਾਡੇ ਨਾਲ ਵਰਤਣੀਆਂ। ਜਾਗਰਤ ਵੀ ਸਾਡੇ ਨਾਲ ਰੋਜ਼ ਵਰਤਦੀ ਹੈ। ਹੁਣ ਆਪਾਂ ਜਾਗਦੇ ਹਾਂ, ਜਗਤ ਦਿਸਦਾ ਹੈ, ਜਾਗਰਤ ਹੈ। ਸੁਪਨ ਅਵਸਥਾ ਹੈ, ਸੁਖੋਪਤੀ ਗੂੜ੍ਹੀ ਨੀਂਦ ਦੀ ਅਵਸਥਾ ਹੈ। ਤਿੰਨਾਂ ਅਵਸਥਾ ਦੇ ਵਿੱਚ ਸਾਡੇ ਭੋਗ ਪਦਾਰਥ ਵੱਖਰੇ ਹੁੰਦੇ ਹਨ। ਜਾਗਰਤ ਅਵਸਥਾ 'ਚ ਸਥੂਲ ਭੋਗ ਹੁੰਦਾ ਹੈ ਅਤੇ ਸੁਪਨ ਅਵਸਥਾ ਸੂਖਸ਼ਮ ਭੋਗ ਹੁੰਦਾ ਹੈ, ਅਤੇ ਸੁਖੋਪਤੀ ਅਵਸਥਾ ਦੇ ਵਿੱਚ ਆਨੰਦ ਭੋਗ ਹੁੰਦਾ ਹੈ। ਔਰ ਤਿੰਨਾਂ ਅਵਸਥਾ ਦੇ ਵਿੱਚ ਸਾਕਸ਼ੀ ਰੂਪ ਹੋ ਕੇ ਜਿਹੜਾ ਦੇਖਦਾ ਹੈ, ਤਿੰਨਾਂ ਦਾ ਅਨੁਭਵ ਕਰਦਾ, ਤਿੰਨਾਂ ਦਾ ਜਿਹੜਾ ਅਨੁਭਵ ਜਾਣਦਾ ਹੈ,
ਉਹ ਸਹਿਜ ਨਾਲ ਹੀ ਰਹਿੰਦਾ। ਉਹ ਦੇਖ ਲਓ ਜਦੋਂ ਆਪਾਂ ਸੌਂ ਜਾਂਦੇ ਹਾਂ ਤਾਂ ਉਸ ਵੇਲੇ ਜਾਗਰਤ ਦੇ ਪਦਾਰਥ ਸਾਨੂੰ ਚੇਤੇ ਨਹੀਂ ਰਹਿੰਦੇ। ਜਾਗਰਤ ਦਾ ਜਿਹੜਾ ਪਦਾਰਥ ਹੈ, ਜਿੰਨਾ ਆਪਣਾ ਦਿਨੇ ਆਪਾਂ ਬਿਜ਼ਨਸ ਦੇ ਵਿੱਚ, ਖੇਤੀਬਾੜੀ 'ਚ, ਕੰਮਕਾਰ 'ਚ, ਰਾਜਨੀਤੀ 'ਚ, ਵਿਹਾਰ 'ਚ, ਧਰਮ 'ਚ ਜੋ ਕੁਝ ਦੇਖਦੇ, ਸੁਣਦੇ, ਸਮਝਦੇ ਹਾਂ, ਚੇਤੇ ਹੁੰਦਾ। ਜਦੋਂ ਅਸੀਂ ਮੰਜੇ 'ਤੇ ਪੈ ਗਏ ਉਹ ਭੁੱਲ ਗਿਆ, ਵਿਸਰ ਗਿਆ, ਖਤਮ ਹੋ ਗਿਆ। ਫਿਰ ਜਦੋਂ ਸੁਪਨੇ ਵਿੱਚ ਵੀ ਜਿਹੜੇ ਪਦਾਰਥ ਬਣਦੇ ਨੇ, ਉਹ ਸੁਪਨੇ ਦੇ ਜਿਹੜੇ ਹਨ ਉਹ ਸੂਖਮ ਬੁੱਧੀ ਵਿੱਚੋਂ ਹੀ ਸਾਰਾ ਕੁਛ ਪੈਦਾ ਹੁੰਦਾ। ਸੁਪਨੇ ਦਾ ਜਿੰਨਾ ਵੀ ਪਸਾਰਾ ਹੈ, ਸੁਪਨੇ ਦਾ ਸੱਪ ਹੈ, ਸੁਪਨੇ ਦਾ ਸ਼ੇਰ ਹੈ, ਸੁਪਨੇ ਦੀ ਇਸਤਰੀ ਹੈ, ਸੁਪਨੇ ਦਾ ਕੋਈ ਵੀ ਪਦਾਰਥ ਹੈ, ਹਾਥੀ, ਘੋੜਾ, ਗੱਡੀ, ਕਾਰ, ਜੋ ਕੁਛ ਵੀ ਹੈ, ਉਹ ਬੁੱਧੀ ਜੰਨੇ ਹੁੰਦਾ। ਉਹ ਸਥੂਲਤਾ ਨਹੀਂ ਹੁੰਦਾ, ਸੂਖਸ਼ਮ ਹੀ ਹੁੰਦਾ। ਬੁੱਧੀ ਵਿੱਚੋਂ ਹੀ ਸਾਰਾ ਪ੍ਰਗਟ ਹੁੰਦਾ, ਆਪਾਂ ਹੀ ਆਪ ਹੀ ਕਰ ਲੈਂਦੇ ਹਾਂ। ਅਤੇ ਜਦੋਂ ਗੂੜ੍ਹੀ ਨੀਂਦ ਵਿੱਚ ਚਲਾ ਜਾਂਦਾ ਹੈ, ਸੁਪਨਾ ਵੀ ਨਹੀਂ ਦੇਖਦਾ, ਉਦੋਂ ਆਨੰਦ ਭੋਗ ਹੁੰਦਾ। ਆਨੰਦ ਭੋਗ ਰਿਹਾ, ਆਨੰਦ ਨਾਲ ਸੁੱਤਾ। ਉਸ ਵੇਲੇ ਉਸ ਆਨੰਦ ਨੂੰ ਜੋ ਜਾਣਦਾ ਹੈ, ਜਿਹੜਾ ਉਸ ਆਨੰਦ ਨੂੰ ਭੋਗਦਾ ਹੈ, ਜਿਹੜਾ ਉਸ ਭੋਗਣ ਵਾਲੇ ਆਨੰਦ ਦਾ ਸਾਕਸ਼ੀ ਹੈ, ਉਹ ਪਰਮੇਸ਼ਰ ਅਕਾਲ ਪੁਰਖ ਨਾਲ ਹੁੰਦਾ। ਪਰ ਉਸ ਵੇਲੇ ਸੁਪਨੇ ਦੀਆਂ ਗੱਲਾਂ ਵੀ ਨਹੀਂ ਹੁੰਦੀਆਂ। ਸੁਪਨੇ ਦਾ ਸੂਖਮ ਜਿਹੜਾ ਸਰੂਪ ਹੈ, ਜੋ ਬੁੱਧੀ ਜਨਿਆ ਹਾਥੀ, ਘੋੜਾ ਸੀਗਾ, ਗੂੜ੍ਹੀ ਨੀਂਦ ਵਿੱਚ ਉਹ ਵੀ ਖਤਮ ਹੋ ਗਿਆ, ਵਿਸਰ ਗਿਆ। ਯਾਨੀ ਇਹ ਤਿੰਨੇ ਅਵਸਥਾ ਦੇ ਵਿੱਚ ਜੀਵ ਨੂੰ ਜੋ ਕੁਛ ਵੀ ਮਿਲਦਾ ਹੈ ਉਹ ਬਦਲਦਾ ਹੈ। ਸੁਖੋਪਤੀ ਦਾ ਜਾਗਰਤ 'ਚ ਨਹੀਂ ਰਹਿੰਦਾ, ਜਾਗਰਤ ਦਾ ਸੁਖੋਪਤੀ 'ਚ ਨਹੀਂ ਰਹਿੰਦਾ, ਸੁਪਨ ਦਾ ਜਾਗਰਤ 'ਚ ਨਹੀਂ ਰਹਿੰਦਾ। ਸੁਪਨੇ 'ਚ ਰਾਤੀ ਘੋੜਾ ਦੇਖਿਆ ਸੀ, ਦਿਨੇ ਕੋਈ ਨਹੀਂ। ਹਾਥੀ 'ਤੇ ਬੈਠੇ ਸੈਰਾਂ ਕਰਦੇ ਸੀ, ਦਿਨੇ ਕੋਈ ਨਹੀਂ ਜਾਗਰਤ 'ਚ। ਇਹ ਬਦਲ ਜਾਂਦਾ। ਪਰ ਮੈਂ ਤਾਂ ਉਦੋਂ ਵੀ ਸੀ, ਹੁਣ ਵੀ ਹਾਂ, ਉਦੋਂ ਹੀ ਹਾਂ। ਇਸ ਕਰਕੇ ਸਾਹਿਬ ਜੀ ਕਹਿੰਦੇ ਵੀ ਸਹਿਜ ਸਮਾਣੀ, ਉਹ ਜਿਹੜੀ ਖੇਡ ਹੈ ਉਹ ਸਹਿਜ ਹੀ ਹੈ। ਸੱਤੇ ਸੁਤੇ ਸਿੱਧ ਸਮਾਈ ਹੋਈ ਸੱਚੀ ਬਾਣੀ, ਸਹਿਜ ਸਮਾਣੀ। ਉਹ ਜਿਹੜੀ ਧੁਰਕ ਤੋਂ ਆਈ ਹੈ, ਉਸ ਖੇਡ ਨੂੰ ਦੱਸਣ ਵਾਲੀ ਬਾਣੀ ਹੈ, ਉਹ ਖੇਡ ਨੂੰ ਸਮਝਾਉਣ ਵਾਲੀ ਬਾਣੀ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੁਭਵ 'ਚ ਪ੍ਰਗਟ ਹੋਈ ਹੈ। ਅਤੇ ਉਹ ਉਹਨਾਂ ਨੇ ਅੱਖਰਾਂ ਵਿੱਚ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਉਪਸਥਿਤ ਕੀਤੀ। ਕੰਮ ਸੌਖਾ ਨਹੀਂ ਹੈ। ਅੰਦਰਲੀ ਗੱਲ ਨੂੰ ਬਾਹਰ ਬਿਆਨ ਕਰ ਦੇਣਾ ਕੋਈ ਸੌਖਾ ਕੰਮ ਨਹੀਂ, ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਬਾਹਰਲੀਆਂ ਗੱਲਾਂ ਵੇਖ ਵੇਖ ਕੇ ਉਹ ਫਲਾਣਾ ਡਿੱਗ ਪਿਆ, ਫਲਾਣਾ ਚੜ੍ਹ ਗਿਆ, ਫਲਾਣਾ ਮਰ ਗਿਆ, ਇਹ ਤਾਂ ਜਿੰਨਾ ਮਰਜ਼ੀ ਲਿਖੀ ਜਾਓ, ਜਿੰਨਾ ਮਰਜ਼ੀ ਇਹਦੀ ਤੁਸੀਂ ਕੈਮਰਿਆਂ 'ਤੇ ਫੋਟੋਆਂ ਛਾਪੀ ਜਾਓ, ਮੂਵੀਆਂ ਬਣਾਈ ਜਾਓ, ਜੋ ਮਰਜ਼ੀ ਕਥਾ ਕੀਰਤਨ ਕਰੀ ਜਾਓ, ਇਹਦਾ ਕੋਈ ਵੱਡੀ ਗੱਲ ਨਹੀਂ। ਕਿਉਂਕਿ ਜਾਗਰਤ ਦਾ ਪਦਾਰਥ ਹੈ, ਜਗਤ ਹੈ, ਦਿਸਦਾ ਹੈ, ਉਹਦੇ ਬਾਰੇ ਆਪਾਂ ਅੰਦਾਜ਼ੇ ਲਾਈ ਜਾਂਦੇ ਹਾਂ। ਜਿਹੜਾ ਨਹੀਂ ਦਿਸਦਾ, ਜਿਹੜਾ ਦੇਖਣ ਵਾਲਾ ਹੈ, ਦੇਖਣ ਵਾਲੇ ਨੂੰ ਦੇਖਣਾ ਔਖਾ ਨਾ। ਉਹਨਾਂ ਨੇ ਆਪਣੇ ਅੰਦਰ ਉਸ ਦੇਖਣ ਵਾਲੇ ਨੂੰ ਦੇਖਿਆ ਹੈ ਅਤੇ ਫਿਰ ਉਹਨੂੰ ਸ਼ਬਦ ਦਿੱਤੇ ਹਨ, ਅੱਖਰ ਦਿੱਤੇ ਹਨ, ਬੋਲੀ ਦਿੱਤੀ ਹੈ। ਆਪਣੇ ਅਨੁਭਵ ਨੂੰ ਜਿਹੜਾ ਇਹ ਅਨੁਭਵ ਵੀ ਐਸਾ ਹੈ ਵੀ ਇਹ ਬਿਆਨ ਨਹੀਂ ਹੋ ਸਕਦਾ ਸੀ। ਇਸ ਕਰਕੇ ਇਹਨੂੰ ਅਕਥ ਕਥਾ ਕਹਿੰਦੇ ਹਨ। ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹਿਓ ਸਮਾਏ, ਸੁਤਹਿ ਸਿੱਧ ਰੂਪ ਧਰਿਓ, ਸਾਹਨ ਕੈ ਸਾਹੇ ਜੀਓ, ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਜੀ। ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਓ ਮਨ ਵਸਾਇਆ। ਮਹਾਰਾਜ ਸਾਹਿਬ ਜੀ ਨੇ, ਸਤਿਗੁਰੂ ਨਾਨਕ ਦੇਵ ਜੀ ਨੇ ਬਾਣੀ ਦੁਆਰਾ ਸਾਡੇ ਮਨ ਵਿੱਚ ਪਰਮੇਸ਼ਰ ਪ੍ਰਗਟ ਕਰ ਦਿੱਤਾ ਹੈ। ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖ, ਆਹ ਵੇਖ ਸਾਹਮਣੇ ਪ੍ਰਤੱਖ ਕਰਕੇ ਦਿਖਾ ਦਿੱਤਾ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ। ਹਰੀ ਪਰਮੇਸ਼ਰ ਨੇ, ਮੇਰੇ ਅਕਾਲ ਪੁਰਖ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਤੋਂ ਸਾਰੇ ਗਿਆਨ ਪ੍ਰਗਟ ਹੋਏ ਹੈ। ਇਸ ਕਰਕੇ ਅੱਗੇ ਜਿਹੜਾ ਸ਼ਬਦ ਦਾ ਹਿੱਸਾ ਆਉਣਾ ਦੀ ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ। ਉਹ ਬਹੁਤ ਇੱਕ ਐਸਾ ਮਸਲਾ ਹੈ ਜਿਹੜਾ ਅੱਜ ਅਸੀਂ ਸਮਝ ਨਹੀਂ ਪਾ ਰਹੇ। ਗੁਰਬਾਣੀ ਦੇ ਵਿੱਚ ਕਿਤੇ ਤਾਂ ਬ੍ਰਹਮਾ ਵਿਸ਼ਨੂੰ ਦੀ ਸਿਫਤ ਆ ਜਾਂਦੀ ਹੈ, ਕਿਤੇ ਨਿੰਦਾ ਆ ਜਾਂਦੀ ਹੈ,
ਜਿਹੜੇ ਨਿੰਦਾ ਨੇ ਉਹ ਨਿੰਦਾ ਕਰੀ ਜਾਂਦੇ ਹੈ, ਜਿਹੜੇ ਉਹ ਸਿਫਤਾਂ ਵਾਲੇ ਨੇ ਉਹ ਸਿਫਤਾਂ ਦੇ ਪੁਲ ਬੰਨੀ ਜਾਂਦੇ ਹੈ, ਅਤੇ ਇੱਕ ਦੂਜੀ ਨੂੰ ਉਹ ਕਹਿੰਦਾ ਇਹ RSS ਦੇ ਹੈ, ਉਹ ਕਹਿੰਦਾ ਇਹ RSS ਦੇ ਹੈ। ਪਤਾ ਕਿਸੇ ਨੂੰ ਨਹੀਂ ਗੱਲ ਦਾ। ਉਹ ਮਹਾਰਾਜ ਨੇ ਗੱਲ ਸਾਰੀ ਇੱਥੇ ਸ਼ਬਦ 'ਚ ਖੋਲ੍ਹੀ ਹੋਈ ਹੈ, ਤੱਤ ਕੱਢਿਆ ਹੋਇਆ, ਨਿਚੋੜ ਕੱਢਿਆ ਹੋਇਆ। ਜੇ ਉਹ ਗੱਲ ਨੂੰ ਆਪਾਂ ਉਸ ਤਰੀਕੇ ਨਾਲ ਹੀ ਸਮਝਾਈਏ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਸਮਝਾਇਆ, ਤਾਂ ਜਿਹੜੇ ਵੀਰਾਂ ਨੂੰ ਕੋਈ ਇਤਰਾਜ਼ ਹੁੰਦਾ ਨਾ ਗੁਰਬਾਣੀ 'ਤੇ, ਉਹਨਾਂ ਨੂੰ ਇਤਰਾਜ਼ ਨਹੀਂ ਹੋ ਸਕਦਾ। ਜਿੱਥੇ ਪਾਤਸ਼ਾਹ ਕਹਿੰਦਾ ਕਿਸ਼ਨ ਬਿਸ਼ਨ ਕਬੂ ਨਾ ਧਿਆਉ, ਜਾਂ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਉਹ ਸਾਰੇ ਗੜੇ ਫੇਰ ਮੇਟੇ ਬਣਾਏ। ਦਸਮ ਪਾਤਸ਼ਾਹ ਜੀ ਨੇ ਉਹ ਕਈ ਲੋਕਾਂ ਨੂੰ, ਅਣਜਾਣ ਲੋਕਾਂ ਨੂੰ ਸੁਣਾਈਏ, ਹਿੰਦੂ ਵੀਰਾਂ ਨੂੰ ਉਹ ਗਾਲਾਂ ਕੱਢਣ ਲੱਗ ਜਾਂਦੇ ਵੀ ਸਾਡੇ ਕ੍ਰਿਸ਼ਨ ਨੂੰ ਕੀੜਾ ਕਹਿਤਾ। ਅਤੇ ਦੂਜੇ ਪਾਸੇ ਜਿਹੜੇ ਮੰਨਣ ਵਾਲੇ ਉਹਦੀ ਉਪਾਸਨਾ ਕਰਨ ਲੱਗ ਜਾਂਦੇ ਵੀ ਦੇਖੋ ਜੀ ਬਾਣੀ 'ਚ ਨਾਂ ਆ ਗਿਆ ਉਹਨਾਂ ਦਾ। ਉਹ ਗੱਲ ਨੂੰ ਤੱਤ ਨੂੰ ਸਮਝਦੇ ਨਹੀਂ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਮੇਰਾ ਗੁਰੂ ਹੀ ਮੇਰੇ ਲਈ ਈਸ਼ਰ ਹੈ, ਮੇਰਾ ਗੁਰੂ ਹੀ ਮੇਰੇ ਲਈ ਵਿਸ਼ਨੂੰ ਹੈ, ਮੇਰਾ ਗੁਰੂ ਹੀ ਮੇਰੇ ਲਈ ਬ੍ਰਹਮਾ ਹੈ, ਮੇਰਾ ਗੁਰੂ ਹੀ। ਕਿਉਂ? ਕਿਉਂਕਿ ਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਦੱਸਿਆ ਵੀ ਬ੍ਰਹਮਾ ਵੀ ਹੁੰਦਾ। ਕੋਈ ਬੰਦਾ ਅੱਜ ਤੱਕ ਜਦੋਂ ਤੁਸੀਂ ਖੋਜ, ਆਪਾਂ ਸਾਡੀ ਸਮੱਸਿਆ ਅਸੀਂ ਚਿੰਤਨ ਨਹੀਂ ਕਰਦੇ। ਸਾਡੀ ਸਮੱਸਿਆ ਅਸੀਂ ਬਸ ਹਵਾ ਵਿੱਚ ਹੀ ਤਲਵਾਰਾਂ ਘੁਮਾਈ ਜਾਂਦੇ ਹਾਂ। ਅਸੀਂ ਚਿੰਤਨ ਨਹੀਂ ਕਰਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੈ ਹੋਏ ਨੇ ਕਿ ਨਹੀਂ ਹੋਏ। ਇਹ ਵੀ ਮਸਲਾ ਦੇਖੋ। ਇਹ ਜਿਹੜੀ ਗੱਲ ਹੈ ਨਾ ਵੀ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਇੱਥੇ ਗੱਲ ਮੁੱਕਦੀ ਹੈ ਸਾਰੀ। ਉਹ ਕਹਿੰਦੇ ਜੇ ਗੁਰੂ ਨਾ ਹੋਵੇ ਇਹਨਾਂ ਦਾ ਗਿਆਨ ਹੀ ਨਹੀਂ ਹੋ ਸਕਦਾ। ਕਿਸੇ ਮਹਾਂਪੁਰਸ਼ ਨੇ, ਕਿਸੇ ਅਵਤਾਰੀ ਪੁਰਸ਼ ਨੇ, ਕਿਸੇ ਸਾਧੂ ਨੇ, ਕਿਸੇ ਰਿਸ਼ੀ ਨੇ, ਕਿਸੇ ਨੇ ਜਦੋਂ ਉੱਧਰ ਅਕਾਲ ਪੁਰਖ ਨਾਲ ਸੁਰਤ ਜੋੜੀ ਹੈ, ਉੱਥੋਂ ਉਹਨੂੰ ਪਤਾ ਲੱਗਾ ਵੀ ਉਸ ਅਕਾਲ ਪੁਰਖ ਦੇ ਅੰਦਰਲੇ ਭੇਦ ਕੀ ਹਨ, ਉਹ ਕਿਵੇਂ ਬ੍ਰਹਮਾ ਬਣਦਾ ਹੈ ਅਤੇ ਵੇਦ ਬਾਣੀ ਦਾ ਪ੍ਰਕਾਸ਼ ਕਰਦਾ। ਬ੍ਰਹਮਾ ਵੇਦ ਬਾਣੀ ਪ੍ਰਕਾਸ਼ੀ। ਬ੍ਰਹਮ ਹੀ ਬ੍ਰਹਮਾ ਬਣ ਜਾਂਦਾ ਜਦੋਂ ਬੋਲਦਾ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਜਦੋਂ ਕਿਰਿਆ ਤੋਂ ਰਹਿਤ ਹੁੰਦਾ, ਬ੍ਰਹਮ ਦਾ ਕਿਰਿਆ ਹੈ ਨਾ, ਉਹਦਾ ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ। ਪਰ ਜਦੋਂ ਮਾਇਆ ਸਬਲ ਹੁੰਦਾ, ਮਾਇਆ ਦੁਆਰਾ ਉਹ ਪਸਰਦਾ। ਜਦੋਂ ਉਹ ਪਸਰਦਾ ਹੈ ਤਾਂ ਉਸ ਵੇਲੇ ਫਿਰ ਉਹ ਏਕ ਹੈ, ਅਨੇਕ ਹੈ, ਫਿਰ ਏਕ ਹੈ, ਅਨੇਕਾਂ ਰੂਪ ਧਾਰਨ ਕਰਦਾ। ਜਦੋਂ ਉਸ ਵੇਲੇ ਬੋਲਦਾ ਵੀ ਹੈ। ਉਸ ਤੱਤ ਨੂੰ, ਉਸ ਪਰਮ ਤੱਤ ਨੂੰ ਜਦੋਂ ਉਸ ਬ੍ਰਹਮ ਨੂੰ ਵਿਆਖਿਆ 'ਚ ਲਿਆਉਂਦਾ, ਉਸ ਵੇਲੇ ਉਹ ਬ੍ਰਹਮਾ ਬਣਦਾ ਬ੍ਰਹਮ ਤੋਂ। ਅਤੇ ਪਰ ਅੰਦਰ ਮੋਹ ਪਸਾਰਾ, ਫਿਰ ਵੀ ਮੋਹ ਰਹਿੰਦਾ। ਆ ਹੁਣ ਕਥਾ ਹੋ ਰਹੀ ਹੈ ਨਾ, ਮੋਹ 'ਚ ਹੀ ਹੋ ਰਹੀ ਹੈ, ਮੁਕਤ 'ਚ ਨਹੀਂ ਹੋ ਰਹੀ। ਜੇ ਮੁਕਤ ਹੋ ਗਏ ਫਿਰ ਗੱਲ ਹੀ ਮੁੱਕ ਜਾਣੀ ਹੈ। ਫਿਰ ਕਹੋ ਕਬੀਰ ਗੂੰਗੇ ਗੁੜ ਖਾਇਆ। ਉਹ ਇਸ ਕਰਕੇ ਗੱਲਾਂ ਜਿਹੜੀਆਂ ਬਹੁਤ ਹੀ ਠਰਮੇ ਨਾਲ ਕਈ ਜਨਮਾਂ ਵਿੱਚ ਅਨੁਭਵ 'ਚ ਆਉਣ ਵਾਲੀਆਂ ਨੇ। ਮਹਾਰਾਜ ਕਹਿੰਦੇ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰਾ ਸਤਿਗੁਰ ਹਰ ਨਾਮ ਧਿਆਇਆ। ਪੂਰੇ ਸਤਿਗੁਰੂ ਨੇ ਨਾਮ ਜਪ ਕੇ ਸਿੱਖ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਕੋਈ ਨਹੀਂ ਪਹੁੰਚਾ ਸਕਿਆ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੀ। ਕੱਲ੍ਹ ਨੂੰ ਜ਼ਰੂਰ ਮਹਾਰਾਜ ਕਿਰਪਾ ਕਰਨਗੇ, ਅਗਲੇ ਸ਼ਬਦ ਦੇ ਵਿਚਾਰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ,
नाम मन वसावे नाम जिन कै मन वसिया वाजे शब्द कनेरे कह नानक सच्चे साहिब क्या नाही कर तेरा साचा नाम मेरा आधारो साच नाम आधार मेरा जिन भुखा सब गवाइयाँ कर शान सुख मान आए वसिया जिन इच्छा सब पुजाइयाँ सदा कुर्बान कीता गुरु विटों जिस दियाँ ये वड्याइयाँ कह नानक सुनो संतो शब्द धरो प्यारो साचा नाम मेरा आधारो वाजे पंज शब्द तित घर सुभागै शब्द वाजे कला जित कर धारिया पंचदूत तुद वस कीते काल कंटक मारिया तुर करम पाया तुर जिन को से नाम हर कै लागे कह नानक तै सुख होआ तित घर अनहद वाजे अनद सुनो वडभागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुर ते जानी सुनते पुनीत कहते पवित सतगुर रहया भरपूरे बिनवंत नानक गुर चरण लागे वाजे अनहद तूरे पवन गुरु पाणी पिता माता तरत महादेव सराध दोदाई दाया खेल सगल जगत चंगियाइयाँ बुराइयाँ वाचा धर्म दूर करमी आपो अपनी के नेड़ा के दूर जिनी नाम ते आया गए मसकत काल नानक ते मुख उजले केती छुट्टी नाल वाहिगुरू जी का खालसा वाहिगुरू जी की